अस्सलाम वालेकुम नाज़रीन, कमर अब्बास मंज ਤੁਹਾਡੀ ਖਿਦਮਤ 'ਚ ਹਾਜ਼ਰ ਆ ਪੰਜਾਬੀ ਬਲੌਗ ਦੇ ਵਿੱਚ ਜਿਹਦੇ ਵਿੱਚ ਅਸੀਂ ਮੁxtਲਫ ਮਸਲਿਆਂ ਤੇ ਪਹਿਲੂਆਂ ਤੇ ਗੱਲ ਕਰੀਦੀ ਆ ਤੇ ਤੁਹਾਡੇ ਨਾਲ ਬਹੁਤ ਸਾਰੇ ਮਾਸ਼ਰੇ ਦੇ ਜਿਹੜੇ ਮਾਮਲਾਤ ਆ ਉਹ ਸ਼ੇਅਰ ਕਰੀਦੇ ਆ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਜਨਾਬ ਜਿਹੜੇ ਹਸਪਤਾਲਾਂ ਦੇ ਵਿੱਚ ਤੁਸੀਂ ਵੇਖਦੇ ਹੋ ਕਿ ਚਲੋ ਮਰੀਜ਼ ਤੇ ਉੱਥੇ ਦਾਖਲ ਹੋਇਆ ਲੇਕਿਨ ਉਹਦੇ ਨਾਲ ਕੁਝ ਕੁਝ 10-20 ਬੰਦੇ ਜਾਂ 4-5 ਬੰਦੇ ਜਨਾਬ ਹਰ ਹਸਪਤਾਲ ਦੇ ਵਿੱਚ ਮੌਜੂਦ ਹੁੰਦੇ ਆ ਹਾਲਾਂਕਿ ਵੇਖਿਆ ਜਾਵੇ ਤੇ ਜਿਹੜਾ ਹਸਪੀਟਲ ਦੇ ਵਿੱਚ ਜਾਣਾ ਹੈ ਉਹ ਕਿਸੇ ਮਰੀਜ਼ ਨੇ ਜਾਣਾ ਹੈ ਆਪਣੇ ਆਰਾਮ ਲਈ ਜਾਣਾ ਹੈ ਤਾਂ ਕਿ ਉਹ ਸਿਹਤਮੰਦ ਹੋ ਸਕੇ ਤੇ ਉਹਨੂੰ ਮੁਕੰਮਲ ਆਰਾਮ ਦੀ ਜਿਹੜੀ ਉੱਥੇ ਸਹੂਲਤ ਜਿਹੜੀ ਨਾ ਮੁਹੱਈਆ ਕੀਤੀ ਜਾਵੇ ਦਵਾਈਆਂ ਮੈਡੀਸਨ ਖਾ ਕੇ ਤੇ ਉਹ ਜਲਦੀ ਜਲਦੀ ਇੰਪਰੂਵਮੈਂਟ ਹੋਵੇ ਤੇ ਜਲਦੀ ਠੀਕ ਹੋ ਕੇ ਘਰ ਆ ਜਾਵੇ ਆਪਣੇ ਫੈਮਿਲੀ ਦੇ ਵਿੱਚ ਲੇਕਿਨ ਇਹ ਹੈਗੀ ਜੀ ਹਸਪੀਟਲ ਦੀ ਸਾਰੀ ਗੱਲ ਲੇਕਿਨ ਇਹਦੇ ਵਿੱਚ ਇੱਕ ਜਿਹੜਾ ਅੱਜ ਅਸੀਂ ਸ਼ੇਅਰ ਕਰਾਂਗੇ ਇਸ ਪ੍ਰੋਗਰਾਮ ਦੇ ਵਿੱਚ ਉਹ ਇਹ ਗੱਲ ਹੈ ਕਿ ਤੁਸੀਂ ਵੇਖਦੇ ਹੋਣੇ ਆ ਕਿ ਹਰ ਮਰੀਜ਼ ਦੇ ਨਾਲ ਕੋਈ 4-5 ਬੰਦੇ ਵੀ ਜਾਂਦੇ ਆ ਜਿਨ੍ਹਾਂ ਨੇ ਬਾਹਰ ਰਸ਼ ਪਾਇਆ ਹੁੰਦਾ ਹੈ ਤੇ ਜਿਹੜੇ ਗਾਰਡ ਹੁੰਦੇ ਆ ਮੁxtਲਫ ਦਰਵਾਜ਼ਿਆਂ ਤੇ ਖੜੇ ਜਿਹੜੇ ਹਸਪਤਾਲਾਂ ਦੇ ਤੇ ਉਹ ਲੜ ਰਹੇ ਹੁੰਦੇ ਆ ਮਰੀਜ਼ਾਂ ਦੇ ਨਾਲ ਆਉਣ ਵਾਲਿਆਂ ਦੇ ਨਾਲ ਕਿ ਉਹ ਅੱਗੇ ਲੰਘਣ ਦਿਓ ਜੀ ਮੰਨ ਲਿਆ ਕਿ ਵਾਕਈ ਜਦੋਂ ਕੋਈ ਬੰਦਾ ਬਿਮਾਰ ਹੁੰਦਾ ਹੈ ਜਾਂ ਐਮਰਜੈਂਸੀ 'ਚ ਦਾਖਲ ਹੁੰਦਾ ਹੈ ਜਾਂ ਕਿਸੇ ਵਾਰਡ ਦੇ ਵਿੱਚ ਤੇ ਉਹਨਾਂ ਦੀ ਜਿਹੜੀ ਫੈਮਿਲੀ ਆ ਉਹ ਬੜੀ ਉਹਨਾਂ ਲਈ ਅਜ਼ੀਅਤਨਾਕ ਇੱਕ ਉਹ ਜਿਹੜਾ ਟਾਈਮ ਹੁੰਦਾ ਹੈ ਜੀ ਉਹ ਬੜਾ ਮੁਸ਼ਕਲ ਹੁੰਦਾ ਹੈ ਤੇ ਉਹਦੇ ਵਿੱਚ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਮਰੀਜ਼ ਦੇ ਨਾਲ ਰਹੀਏ ਤੇ ਉਹਦੇ 'ਚ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਮਰੀਜ਼ ਦੇ ਨਾਲ ਰਹਿਣਾ ਚਾਹੀਦਾ ਹੈ ਲੇਕਿਨ ਇੱਕ ਬੰਦੇ ਨੂੰ ਰਹਿਣਾ ਚਾਹੀਦਾ ਹੈ ਤੇ ਮਤਲਬ ਬਾਜ਼ ਔਕਾਤ ਹੁੰਦਾ ਹੈ ਏਦਾਂ ਕਿ 10 12 20 ਬੰਦੇ ਜਨਾਬ ਪੂਰੇ ਹਸਪੀਟਲ ਨੂੰ ਡਿਸਟਰਬ ਕਰ ਦਿੰਦੇ ਆ ਤੇ ਜਿਹਦੀ ਵਜ੍ਹਾ ਤੋਂ ਬਹੁਤ ਸਾਰੇ ਮਸਲੇ ਕ੍ਰੀਏਟ ਹੁੰਦੇ ਆ ਫਿਰ ਉਹ ਗਾਰਡਸ ਬੋਲਦੇ ਆ ਹਸਪਤਾਲ ਦਾ ਡਿਸਪਲਿਨ ਜਿਹੜਾ ਹੈ ਉਹ ਬੜਾ ਖਰਾਬ ਹੁੰਦਾ ਹੈ ਤੇ ਮੈਂ ਉਹ ਗੱਲ ਕਹਿਣਾ ਚਾਹਾਂਗਾ ਕਿ ਮਤਲਬ ਜਿਹੜਾ ਹਸਪੀਟਲ ਦਾ ਇਹ ਨਿਜ਼ਾਮ ਆ ਇਹ ਸਿਸਟਮ ਆ ਇਹਦੇ 'ਚ ਬਹੁਤ ਸਾਰੇ ਕਸੂਰਵਾਰ ਗਾਰਡਸ ਤੇ ਚੌਕੀਦਾਰ ਵੀ ਹੈ ਕਿਉਂਕਿ ਉਹ ਕੁਝ ਪੈਸੇ ਲੈਂਦੇ ਆ ਇਹ ਬਹੁਤ ਬੁਰਾ ਇੱਕ ਫੈਕਟ ਆ ਇਸ ਗੱਲ ਦਾ ਔਰ ਇਹ ਹਕੀਕਤ ਤੇ ਮਬਨੀ ਆ ਕਿ ਇਸੇ ਤਰ੍ਹਾਂ ਹੀ ਹੁੰਦਾ ਹੈ ਮਤਲਬ ਹਸਪੀਟਲ ਜਾਣਾ ਹੁੰਦਾ ਹੈ ਤੇ ਉੱਥੇ ਇਹ ਨਿਜ਼ਾਮ ਬਹੁਤ ਹੁੰਦਾ ਹੈ ਤੇ ਇੱਕ ਮੈਂ ਰਿਕੁਐਸਟ ਕਰਨਾ ਚਾਹਾਂਗਾ ਜਿਹੜੇ ਮਰੀਜ਼ਾਂ ਦੇ ਨਾਲ ਜਿਹੜੀ ਫੈਮਿਲੀ ਆਉਂਦੀ ਆ ਤੇ ਉਹ ਜ਼ਰਾ ਥੋੜਾ ਜਿਹਾ ਮਰੀਜ਼ ਦੀ ਜਿਹੜੀ ਸਿਹਤ ਆ ਨਾ ਉਹਦੇ ਲਈ ਦੁਆਗੋ ਤੇ ਹੁੰਦੇ ਹੀ ਹੁੰਦੇ ਆ ਲੇਕਿਨ ਇਹ ਹੈ ਕਿ ਫਿਰ ਉੱਥੇ ਜਾ ਕੇ ਮਤਲਬ ਕੋਸ਼ਿਸ਼ ਉਹਨਾਂ ਦੀ ਇਹ ਹੁੰਦੀ ਹੈ ਕਿ ਉਹ ਮਰੀਜ਼ ਦੇ ਬੈੱਡ ਦੇ ਨਾਲ ਬਹਿ ਜਾਣ ਚਲੋ ਇੱਕ ਬੰਦਾ ਉਹਦੀ ਦੇਖਭਾਲ ਲਈ ਹੁੰਦਾ ਹੈ ਕਿ ਚਲੋ ਨੱਸ ਕੇ ਜਾ ਕੇ ਡਾਕਟਰ ਨੂੰ ਕੋਈ ਬੁਲਾ ਲਿਆਵੇ ਤੇ ਉਹ ਬਰ ਵਕਤ ਜਿਹੜਾ ਹੈ ਨਾ ਉਹਦੇ ਤੇ ਕਾਬੂ ਪਾ ਲੈਣ ਲੇਕਿਨ ਉੱਥੇ ਅਨਫੋਰਚੂਨੇਟਲੀ ਕਿ ਹੁੰਦਾ ਇਸ ਤਰ੍ਹਾਂ ਹੈ ਕਿ ਮਤਲਬ ਬੰਦੇ ਬਹੁਤ ਜ਼ਿਆਦਾ ਕੁਝ ਬੀਬੀਆਂ ਕੁਝ ਬੰਦੇ ਫਿਰ ਬੱਚਿਆਂ ਨੂੰ ਨਾਲ ਲੈ ਕੇ ਚਲੇ ਜਾਂਦੇ ਆ ਜਿਹੜਾ ਮੈਂ ਸਮਝਦਾ ਕਿ ਇੱਕ ਅਸੀਂ ਆਪਣੇ ਮਰੀਜ਼ ਦੇ ਨਾਲ ਬਹੁਤ ਜ਼ਿਆਦਾ ਜ਼ਿਆਦਤੀ ਕਰ ਰਹੇ ਤੇ ਫਿਰ ਹਸਪੀਟਲ ਦੇ ਡਿਸਪਲਿਨ ਨੂੰ ਅਸੀਂ ਖਰਾਬ ਕਰ ਰਹੇ ਇਸੇ ਤਰ੍ਹਾਂ ਤੁਸੀਂ ਫੈਸਲਾਬਾਦ ਲਾਇਡ ਹਸਪਤਾਲ ਦਾ ਇੱਕ ਤੁਸੀਂ ਵੇਖ ਲਓ ਕਿ ਇੱਕ ਸਾਈਡ ਤੇ ਤੁਸੀਂ ਜਾ ਕੇ ਵੇਖੋਗੇ ਤੇ ਉੱਥੇ ਮੰਜੀਆਂ ਬਿਸਤਰੇ ਮਤਲਬ ਉਹ ਫੈਮਲੀਆਂ ਹੁੰਦੀਆਂ ਇੱਕ ਮਖਸੂਸ ਤਬਕਾ ਹੈ ਜਿਹੜਾ ਮਰੀਜ਼ ਦੇ ਨਾਲ ਕੋਈ 10-10 ਜਣੇ ਜਿਹੜੇ ਆ ਨਾ ਉਹ ਆਉਂਦੇ ਆ ਹਸਪੀਟਲ ਤੋਂ ਖਾਣਾ ਖਾਣਾ ਹੈ ਸੌਣਾ ਉੱਥੇ ਆ ਮਤਲਬ ਸਾਰੀਆਂ ਚੀਜ਼ਾਂ ਲੇਕਿਨ ਉਹ ਪਤਾ ਨਹੀਂ ਹੁਣ ਉਹਨਾਂ ਦੀ ਕੀ ਮਜਬੂਰੀ ਹੈ ਤੇ ਕੀ ਉਹਨਾਂ ਦੀ ਗੱਲਬਾਤ ਹੈ ਲੇਕਿਨ ਅੱਜ ਇੱਕ ਦੋਸਤ ਦੇ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਮਤਲਬ ਇਹਦੇ ਤੇ ਇੱਕ ਗੱਲ ਕੀਤੀ ਔਰ ਬੜੀ ਹੈਰਾਨਕੁਨ ਗੱਲ ਕੀਤੀ ਕਿ ਜਨਾਬ ਉਹ ਜਿਹੜੇ ਉੱਥੇ ਆਣ ਕੇ ਰਹਿੰਦੇ ਆ ਉਹਨਾਂ ਉੱਥੇ ਜਿਹੜੇ ਹਸਪੀਟਲ ਦਾ ਅਮਲਾ ਹੈ ਜਨਾਬ ਉਹਨਾਂ ਕੋਲ ਪੈਸੇ ਲੈਂਦਾ ਤੇ ਹੋ ਸਕਦਾ ਇਦਾਂ ਕਿਉਂਕਿ ਹਰ ਬੰਦੇ ਨੂੰ ਪੇਟ ਲੱਗਿਆ ਜੀ ਉਹਨੇ ਕਿਸੇ ਨਾ ਕਿਸੇ ਤਰੀਕੇ ਨਾਲ ਕਮਾਉਣਾ ਹੈ ਤੇ ਇਹ ਵੀ ਕਮਾਈ ਦਾ ਜ਼ਰੀਆ ਹੋਏਗਾ ਤੇ ਐਸੇ ਤਰ੍ਹਾਂ ਮਤਲਬ ਹਸਪੀਟਲਸ ਦੇ ਵਿੱਚ ਬਹੁਤ ਸਾਰੇ ਮਾਮਲਾਤ ਦੇ ਵਿੱਚ ਅਸੀਂ ਦੇਖਦੇ ਹਾਂ ਖਾਸ ਕਰ ਸਰਕਾਰੀ ਹਸਪਤਾਲਾਂ ਦੇ ਵਿੱਚ ਇਹ ਜਿਹੜਾ ਨਿਜ਼ਾਮ ਹੈ ਨਾ ਜੀ ਇਹ ਬਹੁਤ ਜ਼ਿਆਦਾ ਦਿਨ ਬ ਦਿਨ ਜਿਹੜਾ ਨਾ ਇਹ ਮਤਲਬ ਜ਼ਿਆਦਾ ਅਮੂਮੀ ਤੌਰ ਤੇ ਇਹਦੀ 'ਚ ਇਜ਼ਾਫਾ ਹੁੰਦਾ ਜਾਣ ਡਿਆ ਲੇਕਿਨ ਮੈਂ ਸਿਰਫ ਜਸਟ ਇਹ ਕਹਿਣਾ ਚਾਹੁੰਦਾ ਕਿ ਅਸੀਂ ਸਾਡੇ ਮਰੀਜ਼ ਵੀ ਉੱਥੇ ਮਤਲਬ ਜਾਂਦੇ ਹਸਪੀਟਲਾਂ ਦੇ ਵਿੱਚ ਕੋਈ ਦਵਾਈ ਦਾਰੂ ਮੈਡੀਸਨ ਲੈਣ ਤੇ ਫਿਰ ਉਹ ਕਿਤੇ ਖੁਦਾ ਨਾ ਖਾਸਾ ਦਾਖਲ ਹੁੰਦੇ ਆ ਤੇ ਉਹਨਾਂ ਦੇ ਵਿੱਚ ਦੇਖੋ ਫਿਰ ਉਹ ਅਸੀਂ ਕੀ ਕਰਦੇ ਹਾਂ ਅਸੀਂ 10 ਜਣੇ ਜਾ ਰਹੇ 4 ਜਣੇ ਜਾ ਰਹੇ 5 ਜਣੇ ਮਤਲਬ ਹੁਣ ਡਾਕਟਰ ਆਉਂਦਾ ਜੀ ਆਪਣਾ ਉਹਦੇ 'ਚ ਵਿਜ਼ਿਟ ਕਰਨ ਵਾਰਡ ਦੇ ਵਿੱਚ ਤੇ ਫਿਰ ਉਹ ਜਿਹੜਾ
ਗਾਰਡ ਹੁੰਦਾ ਹੈ ਜੀ, ਉਹ ਬੜਾ ਦਬਕੇ ਮਾਰਦਾ ਹੈ ਤੇ ਸਾਰਾ, ਤੇ ਸਾਨੂੰ ਇਹ ਬੁਰਾ ਲੱਗਦਾ ਹੈ ਕਿ ਯਾਰ ਇਹ ਦਬਕੇ ਸਾਨੂੰ ਕਿਉਂ ਮਾਰ, ਤੇ ਉਹਦੇ 'ਚ ਅਸੀਂ ਉਹਨਾਂ ਨੂੰ ਤੇ ਬੁਰਾ ਭਲਾ ਕਹਿੰਦੇ ਹਾਂ, ਹਸਪੀਟਲ ਨੂੰ ਜ਼ਰੂਰ ਕਹਿੰਦੇ ਹਾਂ, ਹਸਪੀਟਲ ਦੇ ਅਮਲੇ ਨੂੰ ਜ਼ਰੂਰ ਕਹਿੰਦੇ ਹਾਂ, ਲੇਕਿਨ ਕਦੀ ਅਸੀਂ ਆਪਣੇ ਆਪ ਨੂੰ ਠੀਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਕਿ ਬਹੁਤ ਸਾਰੀਆਂ ਚੀਜ਼ਾਂ ਮਤਲਬ ਜ਼ਰੂਰੀ ਨਹੀਂ ਕਿ ਆਲਾ ਹੁਕਾਮ ਦੇ ਹੱਥਾਂ ਦੇ ਵਿੱਚ ਹੈ ਜਾਂ ਗੌਰਮੈਂਟ ਦੇ ਹੱਥਾਂ ਦੇ ਵਿੱਚ ਹੈ ਜਾਂ ਇੰਤਜ਼ਾਮੀਆ ਦੇ ਹੱਥਾਂ ਦੇ ਵਿੱਚ ਹੈ। ਬਹੁਤ ਸਾਰੀਆਂ ਚੀਜ਼ਾਂ ਦੇ ਉੱਤੇ ਕੰਟਰੋਲ ਕਰਨ ਲਈ ਵੀ ਸਾਨੂੰ ਵੀ ਖੁਦ ਇੱਕ ਅਹਿਮ ਕਿਰਦਾਰ ਅਦਾ ਕਰਨਾ ਚਾਹੀਦਾ, ਤੇ ਅਫਸੋਸ ਹੈ ਮੈਨੂੰ ਕਿ ਅਸੀਂ ਸ਼ਾਇਦ ਸਾਡਾ ਇਹਦੇ ਵਿੱਚ ਵੀ ਬਹੁਤ ਸਾਰਾ ਭੁਗਤਾਨ ਆ ਕਿ ਸਾਡੀ ਜਿਹੜੀ ਆਵਾਮ ਆ, ਅਗਰ ਉਹ ਆਵਾਜ਼ ਚੁੱਕਦੀ ਆ ਤੇ ਉਹ ਉਹਦੇ ਤੇ ਆਪ ਵੀ ਅਮਲ ਨਹੀਂ ਕਰਦੀ। ਮਤਲਬ ਕਿਸੇ ਲਈ ਕਿਸੇ ਦੇ ਖਿਲਾਫ ਬੋਲਣਾ ਬਹੁਤ ਆਸਾਨ ਆ, ਲੇਕਿਨ ਆਪਣੇ ਆਪ ਨੂੰ ਠੀਕ ਕਰਨਾ ਜਾਂ ਆਪਣਾ ਇਹਤਸਾਬ ਕਰਨਾ ਮੈਂ ਸਮਝਦਾ ਕਿ ਆਸਾਨ ਨਹੀਂ। ਲੇਕਿਨ ਅਸੀਂ ਅਗਰ ਇਹਨਾਂ ਸਾਰੀਆਂ ਚੀਜ਼ਾਂ ਨੂੰ, ਮੇਰੇ ਅੱਜ ਦੇ ਵਲੌਗ ਨੂੰ ਕਰਨ ਦਾ ਮਕਸਦ ਇਹ ਆ, ਔਰ ਮੈਂ ਉਮੀਦ ਕਰਦਾ ਕਿ ਮੈਨੂੰ ਲੋਕ ਇਹਦੇ ਤੇ ਥੋੜਾ ਜਿਹਾ ਕਮੈਂਟ ਵੀ ਦੇਣਗੇ ਤੇ ਮੈਨੂੰ ਦੱਸਣਗੇ ਵੀ ਕਿ ਮੇਰੀ ਉਹ ਗੱਲ ਨਾਲ, ਇਸ ਗੱਲ ਨਾਲ ਇਤਫਾਕ ਕਰਦੇ ਆ ਕਿ ਉੱਥੇ ਮਤਲਬ ਕਿ ਹਸਪੀਟਲ ਦੇ ਵਿੱਚ ਮਤਲਬ ਇਹ ਜਿਹੜੇ ਮਾਮਲਾਤ ਆ ਉਹ ਮਾਮੂਲ ਦੇ ਮੁਤਾਬਕ ਵੇਖੇ ਜਾਂਦੇ ਆ। ਮਤਲਬ ਰੋਜ਼ਮਰਾ ਅਸੀਂ ਵੇਖਦੇ ਹਾਂ ਕਿ ਇੱਕ ਮਰੀਜ਼ ਦੇ ਨਾਲ ਕੋਈ 10-10 ਜਣੇ ਆ, ਤੇ ਫਿਰ ਮਰੀਜ਼ ਕਿੱਦਾਂ ਸਿਹਤਮੰਦ ਹੋਏਗਾ ਜਦੋਂ ਉਹਨੂੰ ਬਾਰ-ਬਾਰ ਮਤਲਬ ਕੋਈ ਪਿੱਛੋਂ ਆ ਰਿਹਾ, ਕੋਈ ਆਣ ਕੇ ਉਹਨੂੰ ਮਿਲਣਾ ਚਾਹ ਰਿਹਾ, ਤੇ ਮਾਰਦਾਰੀ ਕਰਨੀ ਚਾਹੀਦੀ ਹੈ, ਇਹ ਮਾੜੀ ਗੱਲ ਨਹੀਂ। ਕਿਉਂਕਿ ਜਿਹੜੇ ਮਰੀਜ਼ਾਂ ਦੇ ਅਜ਼ੀਜ਼ੋ-ਅਕਾਰਬ ਹੁੰਦੇ ਆ, ਉਹਨਾਂ ਨੂੰ ਮੈਨੂੰ ਪਤਾ ਹੈ ਕਿ ਬੜੀ ਤਕਲੀਫ, ਦੁੱਖ ਤਕਲੀਫ ਹੁੰਦੀ ਹੈ ਕਿ ਮਤਲਬ ਅਸੀਂ ਉਹਦੇ ਨਾਲ-ਨਾਲ ਰਹੀਏ। ਲੇਕਿਨ ਉਹਦੇ 'ਚ ਇਹ ਆ ਕਿ ਥੋੜ੍ਹਾ ਜਿਹਾ ਅਸੀਂ ਕੁਛ ਅਗਰ ਉਹਦੀ ਬਿਹਤਰੀ ਲਈ ਸੋਚ ਲਈਏ ਕਿ ਅਗਰ ਅਸੀਂ ਨਹੀਂ ਹੁਣ ਜਾ ਕੇ ਮਿਲਾਂਗੇ, ਅਸੀਂ ਘਰ ਆ ਜਾਏਗਾ ਸਿਹਤਮੰਦ ਹੋ ਕੇ ਤੇ ਅਸੀਂ ਘਰ ਮਿਲ ਲਾਂਗੇ, ਤੇ ਉਹ ਵੀ ਇੱਕ ਗੱਲ ਹੈ। ਲੇਕਿਨ ਉਹ ਬਸ ਕੀ ਕਰੀਏ, ਹੁਣ ਸਾਡਾ ਮਾਸ਼ਰਾ ਜਿਹੜਾ ਹੈ, ਮੈਂ ਪੰਜਾਬ ਦੀ ਗੱਲ ਕਰਦਾ, ਅਮੂਮਨ ਇੱਥੇ ਹੁੰਦਾ ਇਸ ਤਰ੍ਹਾਂ ਹੈ ਕਿ ਜਨਾਬ ਨਹੀਂ ਜਾਵਾਂਗੇ ਤਾਂ ਉਹ ਗਿਲਾ ਬਣ ਜਾਏਗਾ ਕਿ ਮਰੀਜ਼ ਦਾ ਪਤਾ ਨਹੀਂ ਕੀਤਾ, ਤੇ ਅਹਿਸਾਸ ਨਹੀਂ ਹੈਗਾ ਰਿਸ਼ਤੇਦਾਰੀ ਦਾ, ਬੜੇ ਮਾਮਲਾ ਸ਼ਰੀਕਾ ਬਰਾਦਰੀ ਦੇ ਵਿੱਚ ਉਹ ਫਿਰ ਇੱਕ ਕਹਿ ਲਓ ਕਿ ਮਿਹਣਾ ਬਣ ਜਾਂਦਾ ਹੈ। ਲੇਕਿਨ ਉਹਨੂੰ ਮਿਹਣਾ ਸਮਝਣਾ ਨਹੀਂ ਚਾਹੀਦਾ, ਨਾ ਕਿਸੇ ਨੂੰ ਮਾਰਨਾ ਚਾਹੀਦਾ ਮਿਹਣਾ, ਬਲਕਿ ਖਿਆਲ ਕਰਨਾ ਚਾਹੀਦਾ ਮਰੀਜ਼ ਦੀ ਸਿਹਤ ਦਾ, ਕਿ ਉਹ ਬਿਲਕੁਲ ਉਹਦੇ ਲਈ ਦੁਆ ਕਰਨੀ ਚਾਹੀਦੀ ਹੈ। ਫਿਰ ਬਿਲਕੁਲ ਮਤਲਬ ਉਹ ਰੂਬੇ ਸਿਹਤ ਹੋਵੇ, ਫਿਰ ਉਹ ਆਵੇ ਘਰ, ਤੇ ਫਿਰ ਬੰਦਾ ਉਹਦੀ ਦੀਮਾਨਦਾਰੀ ਕਰੇ। ਤੇ ਸਿਰਫ ਜਸਟ ਮਤਲਬ ਇਹਦੇ ਨਾਲ ਵੀ ਬੜੀ ਇੰਪਰੂਵਮੈਂਟ ਹੋ ਜਾਂਦੀ ਹੈ ਕਿ ਮਰੀਜ਼ ਦਿਨ ਬ ਦਿਨ ਆਪਣੇ ਅੰਦਰ ਬੜੀ ਇੰਪਰੂਵਮੈਂਟ ਲੈ ਆਉਂਦਾ ਹੈ ਕਿ ਅਗਰ ਅਸੀਂ ਉਹਨੂੰ ਬਾਰ-ਬਾਰ ਡਿਸਟਰਬ ਕਰਨ ਦੀ ਬਜਾਏ ਉਹਨੂੰ ਰੈਸਟ ਕਰਨ ਦਈਏ, ਆਰਾਮ ਕਰਨ ਦਈਏ, ਤੇ ਫਿਰ ਉਹ ਅੱਲਾਹ ਤਾਲਾ ਉਹਦੀ ਸਿਹਤ ਦੇ ਵਿੱਚ ਬਹੁਤ ਜ਼ਿਆਦਾ ਬਿਹਤਰੀ ਲੈ ਆਉਂਦਾ। ਤੇ ਇਸ ਤਰ੍ਹਾਂ ਦੇ ਮਾਮਲਾ ਜਿਹੜੇ ਸਾਡੇ ਪੰਜਾਬ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਅਮੂਮਨ ਪਾਏ ਜਾਂਦੇ ਆ, ਬਹੁਤ ਸਾਰੇ ਹਸਪੀਟਲ, ਸਰਕਾਰੀ ਹਸਪਤਾਲਾਂ ਦਾ ਜ਼ਿਆਦਾ ਇਹ ਮਤਲਬ ਵੇਖਣ 'ਚ ਆਇਆ। ਤੇ ਇਹ ਮੈਂ ਸਿਰਫ ਅੱਜ ਦੇ ਪ੍ਰੋਗਰਾਮ ਦੇ ਵਿੱਚ ਇਹ ਕਹਿਣਾ ਚਾਹ ਰਿਹਾ ਕਿ ਸਿਰਫ ਜਸਟ ਤੁਸੀਂ ਆਪਣੇ ਮਤਲਬ ਮਰੀਜ਼ ਦੀ ਜਿਹੜੀ ਸਿਹਤ ਹੈ ਨਾ, ਉਹਦਾ ਧਿਆਨ ਰੱਖਣਾ ਹੈ, ਤੇ ਕੋਸ਼ਿਸ਼ ਇਹ ਕਰਨੀ ਕਿ ਤੁਹਾਡੀ ਵਜ੍ਹਾ ਤੋਂ ਕੋਈ ਕਿਸੇ ਜਗ੍ਹਾ ਦੇ ਉੱਤੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ, ਕੋਈ ਡਿਸਿਪਲਿਨ ਨੂੰ ਮਸਲਾ ਨਾ ਬਣੇ। ਕਿ ਅਗਰ ਹਸਪੀਟਲ ਦਾ, ਸਰਕਾਰੀ ਹਸਪੀਟਲਾਂ ਨੂੰ ਅਸੀਂ ਬਹੁਤ ਜ਼ਿਆਦਾ ਕੋਸਦੇ ਹਾਂ ਕਿ ਉੱਥੇ ਆਹ ਚੀਜ਼ਾਂ, ਉਹ ਸਾਰੀਆਂ ਆਪਣੀ ਜਗ੍ਹਾ ਤੇ, ਉਹਨਾਂ ਨੂੰ ਵੀ ਕੋਈ ਝੁਠਲਾ ਨਹੀਂ ਸਕਦਾ। ਲੇਕਿਨ ਜਿਹੜੀਆਂ ਸਾਡੀਆਂ ਗਲਤੀਆਂ ਉਹਨਾਂ ਨੂੰ ਵੀ ਕੋਈ ਨਹੀਂ ਝੁਠਲਾ ਸਕਦਾ, ਕਿਉਂਕਿ ਅਸੀਂ ਗਲਤ ਕਰਕੇ ਫਿਰ ਅਸੀਂ ਉਹਦੇ ਤੇ ਸ਼ਰਮਿੰਦਾ ਨਹੀਂ ਹੁੰਦੇ, ਨਦਾਮਤ ਨਹੀਂ ਹੁੰਦੀ, ਤੇ ਫਿਰ ਅਸੀਂ ਮਤਲਬ ਉਹ ਗਲਤ ਤਰੀਕੇ ਨਾਲ ਅਸੀਂ ਜਿੰਨੀਆਂ ਵੀ ਸਾਡੀਆਂ ਫੈਸਿਲਿਟੀਆਂ ਹੁੰਦੀਆਂ ਅਸੀਂ ਉਹਨਾਂ ਨੂੰ ਗਲਤ ਤਰੀਕੇ ਨਾਲ ਅਵੇਲ ਕਰਦੇ। ਤੇ ਹਮੇਸ਼ਾ ਅਗਰ ਤੁਹਾਨੂੰ ਕੋਈ ਸਹੂਲਤ ਮਿਲੀ ਹੈ ਤੇ ਉਹਨੂੰ ਮਤਲਬ ਬਿਲਕੁਲ ਡਿਸਿਪਲਿਨ ਦੇ ਤਹਿਤ ਉਸ ਸਹੂਲਤ ਨੂੰ ਇਸਤੇਮਾਲ ਕਰੋ, ਤੇ ਆਪਣੇ ਆਪ ਨੂੰ ਮਤਲਬ ਇਸ ਦਾਇਰੇ 'ਚ ਰੱਖੋ ਕਿ ਤੁਹਾਡੀ ਵਜ੍ਹਾ ਤੋਂ ਕੋਈ ਬੰਦਾ ਪਰੇਸ਼ਾਨ ਨਾ ਹੋ। ਤੇ ਮੇਰਾ ਅੱਜ ਦਾ ਪ੍ਰੋਗਰਾਮ ਕਰਨ ਦਾ ਮਕਸਦ ਇਹ ਸੀਗਾ। ਬਾਕੀ ਇਨਸ਼ਾਅੱਲਾ ਹੁਣ ਪ੍ਰੋਗਰਾਮ ਦਾ ਵੇਲਾ ਖਤਮ ਹੋ ਗਿਆ, ਤੇ ਅਗਲੇ ਪ੍ਰੋਗਰਾਮ 'ਚ ਇੱਕ ਨਵੀਂ ਗੱਲਬਾਤ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਤੇ ਕੋਸ਼ਿਸ਼ ਕਰਿਆ ਕਰੋ ਕਿ ਸਾਡੇ ਚੈਨਲ ਦੇ ਉੱਤੇ ਸਾਨੂੰ ਫੀਡਬੈਕ ਜ਼ਰੂਰ ਦਿਆ ਕਰੋ ਕਿ ਤੁਹਾਨੂੰ ਸਾਡੇ ਪ੍ਰੋਗਰਾਮ ਕੈਸੇ ਲੱਗ ਰਹੇ ਨੇ, ਤੇ ਨਾਲ ਤੁਹਾਨੂੰ ਮਤਲਬ ਜਿਹੜੀ ਸਾਡੇ ਸਲਾਹ ਲਈ ਕੁਛ ਉੱਥੇ ਕਮੈਂਟਾਂ ਦੇ ਵਿੱਚ ਸਾਨੂੰ ਦੱਸਣਾ ਚਾਹੀਦਾ ਕਿ ਇਹ ਬਿਹਤਰ ਕਰੋ ਜਾਂ ਇਹ ਆਪਣੇ ਮਸਲੇ ਸਾਡੇ ਨਾਲ ਬਲਕਿ ਡਿਸਕਸ ਕਰੋ, ਤਾਂ ਕਿ ਅਸੀਂ ਸਕਰੀਨ ਦੇ ਉੱਤੇ ਲੈ ਕੇ ਆ ਸਕੀਏ ਤੇ ਉਹਨਾਂ ਦਾ ਕੋਈ ਮੁਸਬਤ ਹੱਲ ਨਿਕਲ ਸਕੇ। ਅਗਲੇ ਪ੍ਰੋਗਰਾਮ ਤੱਕ ਕਮਰ ਅਬਾਸ ਮਾਨੀ ਨੂੰ ਇਜਾਜ਼ਤ ਦਿਓ, ਤੇ ਇਨਸ਼ਾਅੱਲਾ ਅਗਲੇ ਪ੍ਰੋਗਰਾਮ 'ਚ ਇੱਕ ਨਵੇਂ ਟੌਪਿਕ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਅੱਲਾਹ ਹਾਫਿਜ਼।